ਕਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਰੇ ਤਿਲ ਨਹੀਂ ਧਾਰਤ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵ ਦੀ ਕੈਸੀ ਗਾਫਲਤਾ ਵਾਲੀ ਅਵਸਥਾ ਹੈ। ਕਰਤ ਵਿਕਾਰ ਦੋ ਕਰ ਚਾਰਤ, ਇਹ ਵਿਕਾਰ ਖੋਟੇ ਕੰਮ ਕਰਦਾ, ਚੋਰੀਆਂ ਕਰਦਾ, ਯਾਰੀਆਂ ਕਰਦਾ, ਵਿਭਚਾਰ ਕਰਦਾ ਹੈ, ਬਦਫੈਲੀਆਂ ਕਰਦਾ ਹੈ। ਤੇ ਫਿਰ ਕੀ ਕਰਦਾ? ਦੋ ਕਰ ਚਾਰਤ, ਦੋਵੇਂ ਹੱਥ ਝਾੜ ਦਿੰਦਾ, ਕਹਿੰਦਾ ਲੈ ਕੀ ਲੱਗ ਚੱਲਿਆ, ਸਭ ਕੁਛ ਠੀਕ ਠਾਕ ਹੀ ਹੈ। ਇਹ ਮਨੁੱਖ ਦੀ ਹਾਲਤ ਹੈ। ਕਰਤ ਵਿਕਾਰ, ਵੀ ਖੋਟੇ ਕੰਮ ਕਰਦਾ, ਪੁੱਠੇ ਕੰਮ ਕਰਦਾ, ਫਿਰ ਦੋਵੇਂ ਹੱਥ ਝਾੜ ਦਿੰਦਾ, ਲੈ ਕੀ ਲੱਗ ਚੱਲਿਆ। ਰਾਮ ਰਤਨ ਰੇ ਤਿਲ ਨਹੀਂ ਧਾਰਤ, ਤੇ ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ, ਤੇ ਉਹਨੂੰ ਇੱਕ ਤਿਲ ਮਾਤਰ ਵੀ, ਰਤਾ ਮਾਤਰ ਵੀ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰਦਾ। ਪਰਨ ਪੋਖਣ ਸੰਗ ਓਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਰਨ ਪੋਖਣ ਸੰਗ ਓਦ ਬਿਹਾਣੀ, ਆਪਣਾ ਪੇਟ ਭਰਨ ਵਾਸਤੇ ਤੇ ਆਪਣੇ ਸਰੀਰ ਦੀ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦਿਆਂ ਹੋਇਆਂ ਇਸ ਢੰਗ ਦੇ ਨਾਲ ਓਦ ਬਿਹਾਣੀ ਸਾਰੀ ਉਮਰ ਹੀ ਇਸ ਮਨੁੱਖ ਦੀ ਬੀਤ ਗਈ। ਬਸ ਖਾਂਦਿਆਂ ਪੀਂਦਿਆਂ ਹੀ ਇਸੇ ਤਰ੍ਹਾਂ ਹੀ ਉਮਰ ਲੰਘ ਜਾਂਦੀ ਹੈ ਨਾ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਪਰ ਉਸ ਜਗਤ ਦੇ ਮਾਲਕ ਦੀ ਜੈ ਜੈਕਾਰ ਕਰਨੀ, ਭਾਵ ਉਸ ਮਾਲਕ ਦੀ ਸਿਫਤ ਸਲਾਹ ਕਰਨ ਦੀ ਗਤ ਰੀਤੀ ਮਰਜ਼ਾਦਾ ਜਾਣੀ ਹੀ ਨਹੀਂ। ਬਸ ਖਾ ਲਿਆ, ਪੀ ਲਿਆ, ਸੌਂ ਲਿਆ, ਹੰਢਾ ਲਿਆ, ਬਸ ਇਸੇ ਤਰ੍ਹਾਂ ਹੀ ਸਾਰੀ ਉਮਰ ਲੰਘਾ ਦਿੱਤੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਉਸ ਜਗਤ ਦੇ ਮਾਲਕ ਵਾਹਿਗੁਰੂ ਦੀ ਜੈ ਜੈਕਾਰ ਵੀ ਕਰਨੀ ਚਾਹੀਦੀ ਸੀ, ਉਸ ਵਾਹਿਗੁਰੂ ਦੀ ਸਿਫਤ ਸਲਾਹ, ਉਹਦੀ ਵਡਿਆਈ ਵੀ ਕਰਨੀ ਚਾਹੀਦੀ ਸੀ, ਪਰ ਉਹਦੀ ਗਤੀ ਮਰਜ਼ਾਦਾ ਨੂੰ ਜਾਣਿਆ ਹੀ ਨਹੀਂ। ਸਰਣ ਸਮਰਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਹੁਣ ਅਰਦਾਸ ਹੀ ਕਰਨੀ ਬਣਦੀ ਹੈ। ਸਰਣ ਸਮਰਥ ਅਗੋਚਰ ਸੁਆਮੀ, ਹੇ ਵਾਹਿਗੁਰੂ ਤੂੰ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਸੁਆਮੀ ਦੀਨ ਦੁਨੀਆ ਦਾ ਮਾਲਕ ਹੈ। ਉਦਰ ਨਾਨਕ ਪ੍ਰਭ ਅੰਤਰਜਾਮੀ, ਹੇ ਵਾਹਿਗੁਰੂ ਤੂੰ ਅੰਤਰਜਾਮੀ ਹੈ, ਤੇ ਕਿਰਪਾ ਕਰਕੇ ਇਸ ਪਾਪੀ ਜੀਵ ਦਾ ਉਧਾਰ ਕਰ ਦੇ। ਸੁਹੀ ਮਹੱਲਾ ਪੰਜਵਾਂ। ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫੇਰ ਉਸ ਪ੍ਰਭੂ ਦੇ ਨਾਮ ਜਪਣ ਦਾ ਹੀ ਉਪਦੇਸ਼ ਦਿੰਦੇ ਹਨ, ਤੇ ਨਾਲ ਉਸ ਦਾ ਫਲ ਵੀ ਦੱਸਦੇ ਹਨ। ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੇ, ਗੁਰ ਪੂਰੇ ਮਿਲ ਪਾਪ ਤਜਾਏ। ਰਹਾਉ ਹਜ਼ੂਰ ਕਹਿੰਦੇ ਨੇ, ਪੂਰੇ ਗੁਰੂ ਦੇ ਨਾਲ ਮਿਲ ਕੇ ਅਸੀਂ ਸਾਰੇ ਹੀ ਪਾਪ ਛੱਡ ਦਿੱਤੇ ਨੇ, ਤੇ ਸਿਮਰ ਸਿਮਰ ਜੀਵਾ ਨਾਰਾਇਣ, ਤੇ ਮੈਂ ਗੁਰੂ ਦੀ ਮਿਹਰ ਨਾਲ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ, ਤੇ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਜੀ ਰਿਹਾ ਹਾਂ, ਜਿਸ ਦਾ ਫਲ ਦੁਖ ਰੋਗ ਸੋਗ ਸਭ ਬਿਨਸੇ, ਸਾਰੇ ਦੁੱਖ, ਸਾਰੇ ਰੋਗ ਤੇ ਸਾਰੇ ਸੋਗ ਮੇਰੇ ਨਾਸ ਹੋ ਗਏ ਹਨ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ। ਸਾਧ ਸੰਗ ਤਰੈ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਸੰਗਤ ਦੇ ਵਿੱਚ ਆ ਕੇ ਇਹ ਜਿਹੜਾ ਜੀਵ ਹੈ ਤਰੈ ਪੈ ਸਾਗਰ, ਜਿਹੜਾ ਬੜਾ ਭੈ ਦਾ ਇੱਕ ਡਰਾਉਣਾ ਸੰਸਾਰ ਸਮੁੰਦਰ ਹੈ, ਇਹਨੂੰ ਤਰ ਸਕਦਾ ਹੈ। ਸਾਧ ਸੰਗਤ ਦੀ ਓਟ ਲੈ ਕੇ ਇਹ ਜੀਵ ਪੈ ਸਾਗਰ ਨੂੰ ਤਰ ਸਕਦਾ ਹੈ। ਕਿਵੇਂ? ਹਰ ਹਰ ਨਾਮ ਸਿਮਰ ਰਤਨਾਗਰ, ਵੀ ਵਾਹਿਗੁਰੂ ਦਾ ਨਾਮ ਸਾਰੇ ਰਤਨਾਂ ਦੀ ਖਾਣ ਹੈ, ਤੇ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਇਹ ਜੀਵ ਪੈ ਸਾਗਰ ਨੂੰ ਤਰ ਸਕਦਾ ਹੈ। ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੇ, ਗੁਰਪੂਰੇ ਮਿਲ ਪਾਪ ਤਜਾਇਣ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਗੁਰਮੁਖੋ ਮੈਂ ਤੇ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਜੀ ਰਿਹਾ ਹਾਂ, ਤੇ ਜਿਸ ਸਿਮਰਨ ਦਾ ਸਦਕਾ ਸਾਰੇ ਦੁੱਖ, ਸਾਰੇ ਰੋਗ ਤੇ ਸੋਗ ਮੇਰੇ ਨਾਸ ਹੋ ਗਏ ਨੇ। ਤੇ ਇਹ ਸਿਮਰਨ ਕਿੱਥੋਂ ਮਿਲਿਆ ਹੈ? ਪੂਰੇ ਗੁਰੂ ਦੇ ਕੋਲੋਂ। ਗੁਰ ਪੂਰੇ ਮਿਲ ਪਾਪ ਤਜਾਇਣ, ਪੂਰੇ ਗੁਰੂ ਨੂੰ ਮਿਲ ਕੇ ਅਸੀਂ ਸਾਰੇ ਪਾਪ ਵੀ ਛੱਡ ਦਿੱਤੇ ਹਨ। ਜੀਵਨ ਪਦਵੀ ਹਰ ਕਾ ਨਾਉ, ਮਨ ਤਨ ਨਿਰਮਲ ਸਾਚ ਸੁਆਓ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜੀ ਜੀਵਨ ਪਦਵੀ ਜੇ ਕਿਸੇ ਨੇ ਪ੍ਰਾਪਤ ਕਰਨੀ ਹੈ, ਹਰ ਕਾ ਨਾਉ,
ਉਸ ਨੂੰ ਪ੍ਰਾਪਤ ਕਰਨ ਦਾ ਵਸੀਲਾ ਵਾਹਿਗੁਰੂ ਦਾ ਨਾਮ ਹੈ। ਜਿਵੇਂ ਇੱਕ ਥਾਂ ਤੇ ਸਤਿਗੁਰੂ ਮਹਾਰਾਜ ਦੇ ਬਚਨ ਆਏ ਨੇ, ਆਵ ਮੋਹੇ ਜੀਵਨ ਪਦਵੀ ਪਾਈ। ਅਸਲੀ ਜੀਵਨ ਪਦਵੀ ਆਤਮਕ ਜੀਵਨ ਨੂੰ ਆਖਿਆ ਹੈ, ਅਮਰ ਜੀਵਨ ਨੂੰ ਆਖਿਆ ਹੈ, ਕਿਉਂਕਿ ਆਤਮਕ ਜੀਵਨ ਹੀ ਅਮਰ ਜੀਵਨ ਹੈ। ਆਹ ਜੀਵਨ ਜਿਸ ਨੂੰ ਅਸੀਂ ਜੀਵਨ ਪਦਵੀ ਸਮਝੀ ਬੈਠੇ ਹਾਂ, ਇਹ ਤੇ ਮੌਤ ਦੇ ਨਾਲ ਘਿਰਿਆ ਹੋਇਆ ਜੀਵਨ ਹੈ। ਇਹ ਤੇ ਸਿਆਣੇ ਪੁਰਸ਼ਾਂ ਨੇ ਆਖਿਆ ਹੈ, ਇਹ ਤੇ ਜਨਮ ਤੋਂ ਲੈ ਕੇ ਇੱਕ ਸਾਡੀ ਯਾਤਰਾ ਹੈ ਜੋ ਮੌਤ ਤੇ ਜਾ ਕੇ ਖਤਮ ਹੋ ਜਾਂਦੀ। ਇਹਨੂੰ ਜੀਵਨ ਨਹੀਂ ਆਖਿਆ ਜਾ ਸਕਦਾ, ਪਰ ਅਸੀਂ ਇਹਨੂੰ ਜੀਵਨ ਮੰਨੀ ਬੈਠੇ ਹਾਂ। ਪਰ ਹਜ਼ੂਰ ਕਹਿੰਦੇ ਨੇ, ਜੇ ਅਸਲੀ ਜੀਵਨ ਪਦਵੀ ਪ੍ਰਾਪਤ ਕਰਨੀ ਹੈ ਤੇ ਫਿਰ ਵਾਹਿਗੁਰੂ ਦਾ ਨਾਮ ਜਪੋ, ਮਨ ਤਾਂ ਨਿਰਮਲ ਸਾਚ ਸੁਆਓ। ਵਾਹਿਗੁਰੂ ਦਾ ਨਾਮ ਜਪਦਿਆਂ ਤੁਹਾਡਾ ਮਨ ਵੀ ਤੇ ਤਨ ਵੀ ਨਿਰਮਲ ਹੋ ਜਾਵੇਗਾ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤੇ ਸਾਚ ਸੁਆਓ, ਤੁਹਾਨੂੰ ਜਿਹੜਾ ਸੱਚਾ ਜੀਵਨ ਦਾ ਮਕਸਦ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲਿਹ ਦੇਹ ਸੰਜਰੀਆ, ਇਹ ਵੀ ਨਾਮ ਦਾ ਸਦਕਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਆਠ ਪਹਿਰ ਪਾਰ ਬ੍ਰਹਮ ਤੇ ਆਈਐ, ਪੂਰਬ ਲਿਖਤ ਹੋਏ ਤਾਂ ਪਾਈਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅੱਠੇ ਪਹਿਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ, ਅੱਠੇ ਪਹਿਰ ਹੀ ਉਸ ਦਾ ਸਿਮਰਨ ਕਰਨਾ ਚਾਹੀਦਾ। ਪੂਰਬ ਲਿਖਤ ਹੋਏ ਤਾਂ ਪਾਈਐ। ਜੇ ਕੋਈ ਪੂਰਬਲੇ ਕਰਮਾਂ ਦੀ ਕੋਈ ਸਾਡੇ ਮੱਥੇ ਤੇ ਕੋਈ ਲਿਖਤ ਲਿਖੀ ਹੋਵੇ, ਭਾਵ ਕੋਈ ਪੂਰਬਲੇ ਪੁੰਨ ਕਰਮਾਂ ਦਾ ਲੇਖ ਲਿਖਿਆ ਹੋਵੇ ਤਾਂ ਪਾਈਐ, ਤਾਂ ਹੀ ਇਹ ਸਿਮਰਨ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਸਰਣ ਭਏ ਜਬ ਦੀਨ ਦਿਆਲਾ, ਨਾਨਕ ਜਾਚੈ ਸੰਤ ਰਵਾਲਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ ਤੇ ਨਾਲ ਉਸ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ। ਨਾਨਕ ਜਾਚੈ ਸੰਤ ਰਵਾਲਾ, ਤੇ ਨਾਲ ਉਸ ਪ੍ਰਭੂ ਦੇ ਪਿਆਰੇ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਸੁਹੀ ਮਹੱਲਾ ਪੰਜਵਾਂ, ਕਰ ਕਾ ਕਾਜ ਨ ਜਾਣੀ ਰੂੜਾ, ਝੂਠੈ ਧੰਦੇ ਰਚਿਓ ਮੂੜਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਨਾਮ ਵੀ ਹਰ ਕੋਈ ਨਹੀਂ ਜਪ ਸਕਦਾ। ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ ਉਹੀ ਜਪ ਸਕਦਾ ਹੈ। ਜਿਤ 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 ਤੂੰ ਲਾਵਹਿ ਤਿਤ ਤਿਤ ਲਗਣਾ, ਜਾ ਤੂੰ ਦੇਹ ਤੇਰਾ ਨਾਮ ਜਪਣਾ। ਰਹਾਉ ਹਜ਼ੂਰ ਕਹਿੰਦੇ ਨੇ, ਜੇ ਤੂੰ ਲਾਵਹਿ ਹੈ ਵਾਹਿਗੁਰੂ, ਜਿਸ ਪਾਸੇ ਤੂੰ ਲਾਉਣਾ ਉਸੇ ਉਸੇ ਪਾਸੇ ਜੀਵਾਂ ਨੇ ਲੱਗਣਾ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਜਾ ਤੂੰ ਦੇਹ ਤੇਰਾ ਨਾਮ ਜਪਣਾ। ਜੇ ਤੂੰ ਨਾਮ ਜਪਣ ਦਾ ਉਦਮ ਬਖਸ਼ੇ, ਤੇਰਾ ਨਾਮ ਜਪਣਾ, ਤਾਂ ਹੀ ਇਹ ਤੇਰਾ ਨਾਮ ਜਪ ਸਕਦੇ ਨੇ। ਭਾਵ ਜੇ ਇਹਨਾਂ ਜੀਵਾਂ ਤੇ ਤੇਰੀ ਮਿਹਰ ਹੋਵੇ, ਆਪ ਜਪਾਏ ਜਪੈ ਸੋ ਨਾਉ, ਤਾਂ ਹੀ ਇਹ ਤੇਰਾ ਨਾਮ ਜਪ ਸਕਦੇ ਨੇ। ਆਪਣੇ ਆਪ ਕੋਈ ਨਾਮ ਨਹੀਂ ਜਪ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਘਰ ਕਾ ਕਾਜ ਨ ਜਾਣੀ ਰੂੜਾ, ਝੂਠੈ ਧੰਦੇ ਰਚਿਓ ਮੂੜਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਘਰ ਕਾ ਕਾਜ ਨ ਜਾਣੀ ਰੂੜਾ। ਰੂੜਾ ਦਾ ਅਰਥ ਹੈ ਸੁੰਦਰ, ਸੋਹਣਾ। ਇਹ ਮਨੁੱਖ ਆਪਣੇ ਆਪ ਦੇ ਵਿੱਚ ਬੜਾ ਸੋਹਣਾ ਬਣਦਾ ਹੈ। ਤੁਸੀਂ ਕਦੇ ਮਨੁੱਖ ਦੀ ਹਾਲਤ ਵੇਖੋ, ਜਦੋਂ ਕਿਧਰੇ ਇਸਨੇ ਕਿਸੇ ਪਾਰਟੀ ਤੇ ਜਾਣਾ ਹੋਵੇ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਣਾ ਹੋਵੇ, ਫਿਰ ਕਿਵੇਂ ਹਾਰ ਸ਼ਿੰਗਾਰ ਕਰਦਾ, ਟਾਈਆਂ ਸ਼ਾਈਆਂ ਲਾਉਂਦਾ, ਤੇ ਫਿਰ ਹੋਰ ਦਾੜੀ ਵੀ ਪ੍ਰੈਸ ਕਰਦਾ, ਮੁੱਛਾਂ ਨੂੰ ਵੀ ਵੱਟ ਦਿੰਦਾ, ਪੱਗ ਵੀ ਐਨ ਪੋਚ ਕੇ ਬੰਨ੍ਹਦਾ। ਇਹ ਮਨੁੱਖ ਦਾ ਸੁਭਾਅ ਹੈ। ਘਰ ਕਾ ਕਾਜ ਨਾ ਜਾਣੀ ਰੂੜਾ, ਇਹ ਆਪਣੇ ਜਾਣੇ ਤੇ ਬੜਾ ਸੋਹਣਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਜਿਹੜਾ ਅਸਲੀ ਘਰ ਦਾ ਕੰਮ ਹੈ ਇਹ ਇਸ ਨੂੰ ਜਾਣਦਾ ਹੀ ਨਹੀਂ। ਇਸੇ ਲਈ ਰੂੜਾ ਦਾ ਅਰਥ, ਦੂਜਾ ਅਰਥ ਮਹਾਂਪੁਰ ਕਰਦੇ ਸਨ। ਇੱਕ ਹੁੰਦੀ ਹੈ ਰੂੜੀ ਤੇ ਦੂਸਰਾ ਹੁੰਦਾ ਹੈ ਰੂੜਾ। ਭਾਵ ਰੂੜੀ ਛੋਟੀ ਢੇਰੀ ਤੇ ਰੂੜਾ ਜਿਹੜਾ ਵੱਡਾ ਢੇਰ ਗੰਦਗੀ ਦਾ ਹੋਵੇ, ਉਹਨੂੰ ਰੂੜਾ ਕਹਿੰਦੇ ਨੇ। ਇਹ ਮਨੁੱਖ ਤਾਂ ਆਪਣੇ ਜਾਣੇ ਬੜਾ ਸੋਹਣਾ ਬਣਦਾ ਹੈ। ਰੂੜਾ ਦਾ ਅਰਥ, ਮੁੱਖ ਅਰਥ ਸੋਹਣਾ ਹੀ ਹੈ, ਤੇ ਪਰ ਇਹ ਆਪਣੇ ਘਰ ਦੇ ਕੰਮ ਨੂੰ ਤੇ ਜਾਣਦਾ ਹੀ ਨਹੀਂ। ਇਸੇ ਲਈ ਇਹ ਰੂੜਾ ਦਾ ਅਰਥ ਵੀ ਇਹ ਰੂੜੀ ਤੋਂ ਭਾਵ ਰੂੜਾ, ਇਹ ਗੰਦਗੀ ਦਾ ਢੇਰ ਹੀ ਬਣਿਆ ਹੋਇਆ,
ਝੂਠੇ ਧੰਦਾ ਰਚਿਓ ਮੂੜਾ, ਕਿਉਂਕਿ ਇਹ ਮੂਰਖ ਝੂਠੇ ਧੰਦਿਆਂ ਦੇ ਵਿੱਚ ਹੀ ਆਸਕਤ ਹੋਇਆ ਹੈ। ਘਰ ਕਾ ਕਾਜ ਨਾ ਜਾਣੀ ਰੂੜਾ, ਜਿਹੜਾ ਰੂੜਾ ਸ਼ਬਦ ਹੈ, ਕਈ ਵਿਦਵਾਨਾਂ ਨੇ ਇਹਦਾ ਵੀ ਕੰਮ ਦੇ ਨਾਲ ਵੀ ਸੰਬੰਧ ਜੋੜਿਆ। ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦਾ ਰਚਿਓ ਮੂੜਾ। ਇਹ ਜਿਹੜਾ ਮਨੁੱਖ ਐਸਾ ਮੂਰਖ ਹੈ, ਐਸਾ ਬੇਵਕੂਫ ਹੈ, ਜਿਹੜਾ ਘਰ ਦਾ ਕੰਮ ਹੈ ਤੇ ਹੈ ਵੀ ਬੜਾ ਸੋਹਣਾ, ਘਰ ਦਾ ਕੰਮ ਹੈ ਵੀ ਬੜਾ ਸੋਹਣਾ ਤੇ ਸੁਖਾਲਾ, ਪਰ ਇਹ ਉਸ ਨੂੰ ਜਾਣਦਾ ਹੀ ਨਹੀਂ। ਐਵੇਂ ਝੂਠੇ ਧੰਦਿਆਂ ਦੇ ਵਿੱਚ ਹੀ ਹਮੇਸ਼ਾ ਲਈ ਆਸਕਤ ਹੋਇਆ ਹੈ। ਜਿਤ ਤੂੰ ਲਾਵੈ ਤਿਤ ਤਿਤ ਲਗਨਾ, ਜਾਤੂ ਦੇਹ ਤੇਰਾ ਨਾਉ ਜਪਨਾ ਰਹਾਉ। ਹੇ ਵਾਹਿਗੁਰੂ ਜੀ, ਜਿਸ ਪਾਸੇ ਤੂੰ ਲਾਉਣਾ ਹੈ ਉਸੇ ਪਾਸੇ ਇਹਨਾਂ ਜੀਵਾਂ ਨੇ ਲੱਗਣਾ ਹੈ। ਜਾ ਤੂੰ ਦੇਹ, ਜੇ ਤੂੰ ਆਪਣਾ ਨਾਮ ਜਪਣ ਦਾ ਉਤਸ਼ਾਹ ਦੇ ਦੇਵੇਂ, ਤੇਰਾ ਨਾਮ ਜਪਣਾ, ਤਾਂ ਹੀ ਇਹਨਾਂ ਨੇ ਤੇਰਾ ਨਾਮ ਜਪਣਾ ਹੈ। ਆਪਣੇ ਆਪੇ ਤੇਰਾ ਨਾਮ ਵੀ ਨਹੀਂ ਜਪ ਸਕਦੇ। ਹਰ ਕੇ ਦਾਸ ਹਰ ਸੇਤੀ ਰਾਤੇ, ਰਾਮ ਰਸਾਇਣ ਅਨਦਿਨ ਮਾਤੇ। ਰਹਾਉ ਵਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਵਾਹਿਗੁਰੂ ਦੇ ਦਾਸ ਸੇਵਕ ਨੇ, ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ, ਭਾਵ ਉਸ ਦੇ ਪ੍ਰੇਮ ਦੇ ਵਿੱਚ, ਉਹਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਰਾਮ ਰਸਾਇਣ ਅਨਦਿਨ ਮਾਤੇ, ਤੇ ਵਾਹਿਗੁਰੂ ਦਾ ਨਾਮ ਇੱਕ ਐਸੀ ਰਸਾਇਣ ਹੈ, ਰਸਾਇਣ ਰਸ ਦਾ ਘਰ ਹੈ, ਅਥਵਾ ਨਾਮ ਇੱਕ ਐਸੀ ਰਸਾਇਣ ਮਦਰਾ ਹੈ। ਉਸ ਨਾਮ ਦੀ ਮਦਰਾ ਦੇ ਵਿੱਚ, ਉਸ ਨਾਮ ਦੇ ਅਮਲ ਦੇ ਵਿੱਚ ਦਿਨ ਰਾਤ ਮਸਤ ਹੋਏ ਰਹਿੰਦੇ ਹਨ। ਬਾਹਾਂ ਪਕੜ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਗੁਰਮੁਖਾਂ ਦੀ ਬਿਰਤੀ ਰੂਪੀ ਬਾਂਹ ਪਕੜ ਕੇ, ਬਾਹਾਂ ਪਕੜ ਪ੍ਰਭ ਆਪੇ ਕਾਢੇ, ਉਸ ਵਾਹਿਗੁਰੂ ਪਰਮੇਸ਼ਰ ਨੇ ਉਹ ਗੁਰਮੁਖਾਂ ਦੀ ਬਿਰਤੀ ਰੂਪੀ ਬਾਂਹ ਪਕੜ ਕੇ ਤੇ ਉਹਨਾਂ ਨੂੰ ਆਪ ਹੀ ਬਾਹਰ ਕੱਢ ਲਿਆ ਹੈ। ਜਨਮ ਜਨਮ ਕੇ ਟੂਟੇ ਗੰਢੇ, ਜਿਹੜੇ ਜਨਮਾਂ ਜਨਮਾਂ ਤੋਂ ਟੁੱਟੇ ਹੋਏ ਸਨ, ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ ਹੈ। ਉਦਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਨੇ, ਉਦਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਹੇ ਵਾਹਿਗੁਰੂ ਜੀ, ਅਸੀਂ ਦਾਸ ਆਪ ਜੀ ਦੇ ਦਰ ਦੀ ਸ਼ਰਨ ਟਹਿ ਪਏ ਹਾਂ। ਉਦਰ ਸੁਆਮੀ ਪ੍ਰਭ ਕਿਰਪਾ ਧਾਰੇ, ਹੇ ਵਾਹਿਗੁਰੂ ਜੀ, ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਤੇ ਸਾਡੇ ਤੇ ਕਿਰਪਾ ਧਾਰਨ ਕਰੋ ਤੇ ਸਾਡਾ ਉਧਾਰ ਕਰ ਦਿਓ। ਸੁਹੀ ਮਹੱਲਾ ਪੰਜਵਾਂ। ਸੰਤ ਪ੍ਰਸਾਦ ਨੇ ਚਲ ਘਰ ਪਾਇਆ, ਸਰਬ ਸੂਗ ਫਿਰ ਨਹੀਂ ਡੋਲਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰੂ ਦੀ ਮਿਹਰ ਦੇ ਫਲ ਦਰਸਾਉਂਦੇ ਨੇ। ਗੁਰੂ ਤੇ ਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤਾ ਅਸਰ ਕੀਨੇ। ਰਹਾਉ, ਅਸੀਂ ਗੁਰੂ ਨੂੰ ਤੇ ਆ ਕੇ ਤੇ ਵਾਹਿਗੁਰੂ ਦੇ ਨਾਮ ਰੂਪੀ ਚਰਨ ਆਪਣੇ ਮਨ ਦੇ ਵਿੱਚ ਚੀਨੇ ਦਾ ਅਰਥ ਪਛਾਣ ਲਏ ਹਨ, ਤੇ ਹੁਣ ਤਾਂ ਤੇ ਕਰਤਾ ਅਸਰ ਕੀਨੇ। ਇਸੇ ਲਈ ਕਰਤਾ ਪੁਰਖ ਵਾਹਿਗੁਰੂ ਨੇ ਸਾਨੂੰ ਹਮੇਸ਼ਾ ਲਈ ਸਥਿਰ ਕਰ ਦਿੱਤਾ ਹੈ। ਸਾਡੇ ਮਨ ਨੂੰ, ਸਾਡੀ ਆਤਮਾ ਨੂੰ ਅਡੋਲ ਕਰ ਦਿੱਤਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਿਹਰ ਦੇ ਨਾਲ ਜੋ ਮਨ ਦੇ ਟਿਕਾਓ ਦੀ ਅਵਸਥਾ ਪ੍ਰਾਪਤ ਹੋਈ ਹੈ, ਉਹਦਾ ਆਰੰਭ ਤੋਂ ਜ਼ਿਕਰ ਕਰਦੇ ਹਨ। ਸੰਤ ਪ੍ਰਸਾਦ ਨਹਿ ਚਲ ਘਰ ਪਾਇਆ, ਸਰਬ ਸੂਗ ਫਿਰ ਨਹੀਂ ਡੋਲਾਇਆ। ਬਈ ਅਸੀਂ ਸੰਤ ਸਰੂਪ, ਸ਼ਾਨ ਸਰੂਪ ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਅਚਲ ਕਰ ਤੁਰਿਆ ਪਦ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਗੁਰੂ ਦੀ ਮਿਹਰ ਨਾਲ ਅਸੀਂ ਅਚਲ ਕਰ, ਸੱਚਾ ਕਰ ਪ੍ਰਾਪਤ ਕੀਤਾ ਹੈ। ਸਰਬ ਸੁਖ, ਸਾਨੂੰ ਹੁਣ ਸਾਰੇ ਸੁਖ ਮਿਲ ਗਏ ਨੇ, ਫਿਰ ਨਹੀਂ ਡੁਲਾਇਆ, ਤੇ ਅਸੀਂ ਆਪਣੇ ਮਨ ਨੂੰ ਫਿਰ ਹੋਰ ਕਿਧਰੇ ਨਹੀਂ ਡੁਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਤੇ ਕਰਤਾ ਅਸਥਿਰ ਕੀਨੇ। ਰਹਾਉ, ਅਸੀਂ ਗੁਰੂ ਨੂੰ ਧਿਆ ਕੇ ਤੇ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਚੀਨੇ ਦਾ ਅਰਥ ਪਛਾਣ ਲਿਆ ਹੈ, ਕਿਉਂਕਿ ਵਾਹਿਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਹੀ ਵਸ ਰਹੇ ਨੇ। ਤਾਂ ਤੇ ਕਰਤਾ ਅਸਥਿਰ ਕੀਨੇ, ਇਸੇ ਲਈ ਉਸ ਕਰਤਾ ਪੁਰਖ ਨੇ ਹੁਣ ਸਾਨੂੰ ਹਮੇਸ਼ਾ ਲਈ ਅਡੋਲ ਕਰ ਦਿੱਤਾ ਹੈ, ਸਾਨੂੰ ਹਮੇਸ਼ਾ ਲਈ ਅਚਲ ਤੇ ਅਟਲ ਪਦਵੀ ਪ੍ਰਦਾਨ ਕਰ ਦਿੱਤੀ ਹੈ।
ਗੁਣ ਗਾਵਤ ਆਚੁਤ ਅਬਨਾਸੀ ਤਾਤੇ ਕਾਟੀ ਜਮ ਕੀ ਫਾਸੀ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਆਚੋ ਦਾਰਥ ਜੋ ਅਗੜ ਸਰੂਪ ਤੇ ਅਬਨਾਸ਼ੀ ਨਾਸ ਤੋਂ ਰਹਿਤ ਅਕਾਲ ਪੁਰਖ ਹੈ, ਅਸੀਂ ਉਹਦੇ ਗੁਣ ਗਾ ਰਹੇ ਹਾਂ ਤੇ ਗੁਣ ਗਾਉਂਦਿਆਂ ਤਾਤੇ ਕਾਟੀ ਜਮ ਕੀ ਫਾਸੀ। ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਗਲ ਦੇ ਵਿੱਚੋਂ ਜਮਾਂ ਦੀ ਫਾਹੀ ਵੀ ਕੱਟ ਦਿੱਤੀ, ਕਿਉਂਕਿ ਜਿਹੜਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ, ਤੇ ਵਾਹਿਗੁਰੂ ਉਹਦੇ ਗਲ ਦੇ ਵਿੱਚੋਂ ਜਮਾਂ ਦੀ ਫਾਹੀ ਕੱਟ ਦਿੰਦਾ ਹੈ। ਕਰ ਕਿਰਪਾ ਲੀਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣੇ ਲੜ ਲਾ ਲਿਆ ਹੈ, ਸਦਾ ਆਨੰਦ ਨਾਨਕ ਗੁਣ ਗਾਏ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਹਮੇਸ਼ਾ ਲਈ ਆਨੰਦ ਪ੍ਰਾਪਤ ਕਰ ਲਿਆ ਹੈ। ਸੁਹੀ ਮਹੱਲਾ ਪੰਜਵਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਾਉ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਜਿਹੜੇ ਸ਼ਬਦ ਆ ਰਹੇ ਨੇ, ਇਹਨਾਂ ਦੇ ਵਿੱਚ ਪਹਿਲੀ ਪੰਕਤੀ ਹੀ ਰਹਾਉ ਦੀ ਪੰਕਤੀ ਹੈ। ਇਸ ਲਈ ਹਜ਼ੂਰ ਫਰਮਾਉਂਦੇ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜੀ ਸਾਧ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹੈ, ਇਹ ਅੰਮ੍ਰਿਤ ਰੂਪ ਬਚਨ ਨੇ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੇ ਕੋ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜਿਹੜੀ ਗੁਰੂ ਦੀ ਬਾਣੀ ਹੈ, ਇਹ ਸਤਿਗੁਰੂ ਦੇ ਅੰਮ੍ਰਿਤ ਵਰਗੇ ਮਿੱਠੇ ਬਚਨ ਨੇ। ਜੋ ਜੋ ਜਪੈ, ਜੋ ਜੋ ਗੁਰਸਿੱਖ ਇਸ ਬਾਣੀ ਨੂੰ ਪੜ੍ਹਦਾ ਹੈ, ਤਿਸ ਕੀ ਗਤ ਹੋਵੇ, ਉਹਦੀ ਕਲਿਆਣ ਹੋ ਜਾਂਦੀ ਹੈ। ਹਰ ਹਰ ਨਾਮ ਨਿਤ ਰਸਨ ਬਖਾਨੀ। ਤੇ ਜਿਹੜਾ ਬਾਣੀ ਪੜ੍ਹਦਾ ਹੈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵੀ ਹਮੇਸ਼ਾ ਲਈ ਰਸਨਾ ਤੋਂ ਜਪਣ ਲੱਗ ਜਾਂਦਾ ਹੈ, ਕਿਉਂਕਿ ਅੰਮ੍ਰਿਤ ਬਾਣੀ ਜਿਵੇਂ ਜਿਵੇਂ ਬਾਣੀ ਨਾਲ ਪਿਆਰ ਵੱਧਦਾ ਹੈ, ਉਵੇਂ ਉਵੇਂ ਨਾਮ ਜਪਣ ਦਾ ਵੀ ਚਾਅ ਤੇ ਉਮਾ ਵੱਧਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਜਿਹੜਾ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹਦਾ ਹੈ ਤੇ ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਵੀ ਰਸਨਾ ਤੋਂ ਹਰ ਵੇਲੇ ਜਪਦਾ ਹੈ, ਤੇ ਇਸ ਢੰਗ ਦੇ ਨਾਲ ਉਹਦੀ ਕਲਿਆਣ ਹੋ ਜਾਂਦੀ ਹੈ। ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਇੱਕ ਵਾਹਿਗੁਰੂ ਦਾ ਨਾਮ ਸਾਡੇ ਮਨ ਦੇ ਵਿੱਚ ਪ੍ਰਵੇਸ਼ ਹੋ ਗਿਆ, ਭਾਵ ਇੱਕ ਪ੍ਰਭੂ ਦਾ ਨਾਮ ਸਾਡੇ ਮਨ ਦੇ ਵਿੱਚ ਵਸ ਗਿਆ, ਜਿਸ ਦਾ ਸਦਕਾ ਕਲੀ ਕਾਲ ਕੇ ਮਿਟੇ ਕਲੇਸ਼ਾ। ਇਸ ਕਲਯੁਗ ਦੇ ਸਮੇਂ ਦੇ ਸਾਰੇ ਕਲੇਸ਼ ਮਿਟ ਗਏ ਨੇ। ਭਾਵ ਜਿਹੜੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਖਾਦ ਸਨ, 5 ਕਲੇਸ਼ ਗ੍ਰੰਥਕਾਰਾਂ ਨੇ ਮੰਨੇ ਨੇ। ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ, ਦਵੇਸ਼, 5 ਕਲੇਸ਼। ਇਹ 5 ਕਲੇਸ਼ ਨੇ। ਇਹ ਕਲਯੁਗ ਦੇ ਸਾਰੇ ਹੀ ਸਾਡੇ ਕਲੇਸ਼ ਮਿਟ ਗਏ ਹਨ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਅਰ ਗੁਰ ਸਰਣਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਹੁਣ ਸਾਧੂ ਸਤਿਗੁਰੂ ਦੇ ਚਰਨਾਂ ਦੀ ਧੂੜ ਮੁਖ ਮਸਤਕ ਤੇ ਲਾਈ ਹੈ, ਨਾਨਕ ਉਧਰੇ ਹਰ ਗੁਰ ਸਰਣਾਈ। ਅਸੀਂ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਬਚ ਗਏ ਹਾਂ। ਸੂਹੀ ਮਹੱਲਾ ਪੰਜਵਾਂ। ਘਰ ਤੀਜਾ। ਗੋਬਿੰਦਾ ਗੁਣ ਗਾਓ ਦਿਆਲਾ, ਦਰਸ਼ਨ ਦਿਓ ਪੂਰਨ ਕਿਰਪਾਲਾ। ਰਹਾਉ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੋ ਅੱਗੇ ਸ਼ਬਦ ਆ ਰਹੇ ਨੇ, ਘਰ ਤੀਜਾ, ਇਹਨਾਂ ਨੂੰ ਤੀਜੇ ਘਰ ਸੁਰ ਤਾਲ ਦੇ ਵਿੱਚ ਗਾਵਿਆ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਗੋਬਿੰਦਾ ਗੁਣ ਗਾਓ ਦਿਆਲਾ। ਹੇ ਦਇਆ ਦੇ ਘਰ ਗੋਬਿੰਦ ਜੀ, ਮੈਂ ਹਮੇਸ਼ਾ ਲਈ ਆਪ ਜੀ ਦੇ ਗੁਣਾਂ ਨੂੰ ਗਾ ਰਿਹਾ ਹਾਂ, ਤੇ ਨਾਲ ਮੇਰੀ ਇਹ ਅਰਦਾਸ ਹੈ, ਦਰਸ਼ਨ ਦਿਓ ਪੂਰਨ ਕਿਰਪਾਲਾ। ਹੇ ਵਾਹਿਗੁਰੂ ਜੀ, ਤੁਸੀਂ ਪੂਰਨ ਦਿਆਲੂ ਕਿਰਪਾਲੂ ਸਰੂਪ ਹੋ, ਤੇ ਕਿਰਪਾ ਕਰੋ ਮੈਨੂੰ ਆਪਣਾ ਦਰਸ਼ਨ ਦਿਓ। ਕਰ ਕਿਰਪਾ ਤੁਮਹੀ ਪ੍ਰਤਪਾਲਾ, ਜਿਉ ਪਿੰਡ ਸਭ ਤੁਮਰਾ ਮਾਲਾ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਹੀ ਕਿਰਪਾ ਕਰਕੇ ਸਾਡੀ ਪਾਲਣਾ ਪੋਸ਼ਣਾ ਕਰਦੇ ਹੋ। ਇਹ ਜੀਓ, ਜਿੰਦ ਜਾਨ ਤੇ ਪਿੰਡ ਸਰੀਰ ਤੇ ਹੋਰ ਜਿਤਨਾ ਵੀ ਮਾਲ ਧਨ ਹੈ, ਇਹ ਸਾਰਾ ਤੁਹਾਡਾ ਹੀ ਬਖਸ਼ਿਆ ਹੋਇਆ ਹੈ।
ਅੰਮ੍ਰਿਤ ਨਾਮ ਚਲੈ ਜਪ ਨਾਲਾ, ਨਾਨਕ ਜਾਚੈ ਸੰਤ ਰਵਾਲਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਮ੍ਰਿਤ ਨਾਮ ਚਲੈ ਜਪ ਨਾਲਾ। ਵਾਹਿਗੁਰੂ ਦਾ ਨਾਮ ਜਪ ਦਾ ਅਰਥ ਹੈ ਜਪਨ ਯੋਗ ਹੈ, ਤੇ ਇਹ ਨਾਮ ਅੱਗੇ ਪ੍ਰਲੋਕ ਵਿੱਚ ਵੀ ਨਾਲ ਜਾਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਨਾਨਕ ਜਾਚੈ ਸੰਤ ਰਵਾਲਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਸੰਤਾਂ ਦੇ ਚਰਨਾਂ ਦੀ ਧੂੜ ਵੀ ਮੰਗਦਾ ਹਾਂ। ਕਿਉਂ? ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਅਤੀ ਸ਼ਰਧਾ ਭਾਵਨਾ ਮਨ ਦੀ ਹਲੀਮੀ ਨੂੰ ਧਾਰਨ ਕਰਕੇ ਤੇ ਨਾਮ ਜਪ ਕੇ ਜੀਵਨ ਦੀ ਸਫਲਤਾ ਹੁੰਦੀ ਹੈ। ਤੇ ਜਾਂ ਅੰਮ੍ਰਿਤ ਨਾਮ ਚਲੈ ਜਪ ਨਾਲਾ, ਇਹਦਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਅੰਮ੍ਰਿਤ ਨਾਮ ਚਲੈ ਜਪ ਨਾਲਾ। ਬਈ ਤੁਸੀਂ ਅੰਮ੍ਰਿਤ ਨਾਮ ਨੂੰ ਜਪੋ, ਤੇ ਜਦੋਂ ਨਾਮ ਨੂੰ ਜਪੋਗੇ ਤੁਹਾਡੇ ਅੰਦਰ ਨਾਲਾ ਵੀ ਉਹ ਸਿਮਰਨ ਦਾ ਨਾਲਾ, ਸਿਮਰਨ ਦਾ ਪ੍ਰਵਾਹ ਚੱਲ ਪਵੇਗਾ। ਤੁਸੀਂ ਅੰਮ੍ਰਿਤ ਨਾਮ ਜਪੋ ਤੇ ਨਾਮ ਜਪਦਿਆਂ ਜਪਦਿਆਂ ਤੇ ਤੁਹਾਡੇ ਅੰਦਰ ਵਾਹਿਗੁਰੂ ਦੇ ਸਿਮਰਨ ਦਾ ਪ੍ਰਵਾਹ ਚੱਲ ਪਵੇਗਾ। ਨਾਨਕ ਜਾਚੈ ਸੰਤ ਰਵਾਲਾ। ਤੇ ਨਾਲ ਹੀ ਅਸੀਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਸੂਈ ਮਹੱਲਾ ਪੰਜਵਾਂ। ਤਿਸ ਬਿਨ ਦੂਜਾ ਅਵਰ ਨ ਕੋਈ, ਆਪੇ ਥੰਮੈ ਸੱਚਾ ਸੋਈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ। ਬਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਮੇਰਾ ਆਸਰਾ ਹੈ। ਕਰਨ ਕਾਰਨ ਸਮਰੱਥ ਅਪਾਰ, ਕਿਉਂਕਿ ਉਹ ਵਾਹਿਗੁਰੂ ਸਾਰੇ ਸਾਧਾਰਨ ਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਵਾਲਾ ਹੈ, ਤੇ ਸਰਵ ਸ਼ਕਤੀਮਾਨ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਤੇ ਵਾਹਿਗੁਰੂ ਦਾ ਨਾਮ ਹੀ ਮੇਰਾ ਆਸਰਾ ਹੈ। ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਤਿਸ ਬਿਨ ਦੂਜਾ ਅਵਰ ਨ ਕੋਈ, ਆਪੇ ਥੰਮੈ ਸੱਚਾ ਸੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਸਾਡਾ ਆਸਰਾ ਨਹੀਂ ਹੈ। ਆਪੇ ਥੰਮੈ ਸੱਚਾ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਆਪ ਹੀ ਸਾਰਿਆਂ ਨੂੰ ਥੰਮਦਾ ਹੈ। ਥੰਮਣ ਤੋਂ ਮੁਰਾਦ ਹੈ ਉਹ ਆਪ ਹੀ ਸਾਰਿਆਂ ਨੂੰ ਸਹਾਰਾ ਦਿੰਦਾ ਹੈ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮੇਰਾ ਆਸਰਾ ਹੈ। ਉਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਪੈਦਾ ਕਰਨ ਦੇ ਲਈ ਸਰਵ ਸ਼ਕਤੀਮਾਨ ਹੈ ਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ। ਉਸ ਪ੍ਰਭੂ ਦਾ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ। ਸਭ ਰੋਗ ਮਿਟਾਵੇ ਨਵਾ ਨਿਰੋਆ, ਨਾਨਕ ਰੱਖਾ ਆਪੇ ਹੋਆ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਵਾਹਿਗੁਰੂ ਨੇ ਸਾਡੇ ਸਾਰੇ ਰੋਗ ਵੀ ਮਿਟਾ ਦਿੱਤੇ ਨੇ ਤੇ ਨਵਾਂ ਨਰੋਆ। ਹੁਣ ਸਾਡਾ ਸਰੀਰ ਐਨ ਨਵਾਂ ਨਰੋਆ, ਐਨ ਤਕੜਾ 9x9 ਹੋ ਗਿਆ। ਨਾਨਕ ਰੱਖਾ ਆਪੇ ਹੋਆ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਡਾ ਰਾਖਾ ਬਣਿਆ, ਸਾਡਾ ਰਖਵਾਲਾ ਹੋਇਆ। ਰੱਖਾ ਦਾ ਅਰਥ ਵੀ ਰੱਖਿਆ ਕਰਨ ਵਾਲਾ, ਭਾਵ ਉਹ ਸਾਡਾ ਆਪ ਹੀ ਰਖਵਾਲਾ ਬਣਿਆ। ਉਹਦੀ ਮਿਹਰ ਦੇ ਨਾਲ ਸਾਰੇ ਰੋਗ ਵੀ ਮਿਟੇ ਨੇ ਤੇ ਇਹ ਸਰੀਰ ਨਵਾਂ ਨਰੋਆ ਹੋ ਗਿਆ ਹੈ। ਸੂਹੀ ਮਹੱਲਾ ਪੰਜਵਾਂ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ ਉਹਦੇ ਬਾਰੇ ਜ਼ਿਕਰ ਕਰਦੇ ਹਨ। ਦਰਸ਼ਨ ਕੋ ਲੋਚੈ ਸਭ ਕੋਈ, ਵੀ ਚਾਹੁੰਦਾ ਤੇ ਹਰ ਕੋਈ ਹੈ ਕਿ ਮੈਨੂੰ ਵਾਹਿਗੁਰੂ ਦਾ ਦਰਸ਼ਨ ਦੀਦਾਰ ਮਿਲ ਜਾਵੇ। ਪੂਰਾ ਭਾਗ ਪ੍ਰਾਪਤ ਹੋਈ, ਪਰ ਵਾਹਿਗੁਰੂ ਦਾ ਦਰਸ਼ਨ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ। ਮਹਾਂਪੁਰਖ ਦਰਸ਼ਨਾਂ ਦੀ ਵਿਚਾਰ ਦੱਸਦੇ ਸਨ। ਇੱਕ ਚਿਤਰ ਦਰਸ਼ਨ ਹੁੰਦਾ ਹੈ, ਦੂਸਰਾ ਸੁਪਨ ਦਰਸ਼ਨ ਹੁੰਦਾ ਹੈ, ਤੀਸਰਾ ਸਰਵਣ ਦਰਸ਼ਨ ਹੁੰਦਾ ਹੈ, ਚੌਥਾ ਪ੍ਰਤੱਖ ਦਰਸ਼ਨ ਹੁੰਦਾ ਹੈ। ਚਾਹੁੰਦਾ ਤੇ ਹਰ ਕੋਈ ਹੈ ਮੈਨੂੰ ਦਰਸ਼ਨ ਪ੍ਰਾਪਤ ਹੋ ਜਾਵੇ, ਮੈਨੂੰ ਗੁਰੂ ਨਾਨਕ ਸਾਹਿਬ ਦੇ, ਮੈਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਪਰ ਇਹ ਗੁਰੂ ਕਾ ਦਰਸ਼ਨ
ਰੱਬ ਦਾ ਦੀਦਾਰ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸਿਆਮ ਸੁੰਦਰ ਤਜ ਨੀਂਦ ਕਿਉ ਆਈ, ਮਹਾ ਮੋਹਨੀ ਦੂਤਾ ਲਾਈ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਨੂੰ ਸਮਝਾਉਂਦੇ ਨੇ, ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਇਹ ਜਿੰਦ, ਇਹ ਜੀਵ ਰੂਪ ਇਸਤਰੀ, ਉਹ ਵਾਹਿਗੁਰੂ ਇੰਨਾ ਸਿਆਮ ਸੁੰਦਰ, ਬੜਾ ਸਾਂਵਲਾ ਤੇ ਬੜਾ ਸੋਹਣਾ ਹੈ। ਵੈਸੇ ਉਹ ਕ੍ਰਿਸ਼ਨ ਦਾ ਰੰਗ ਸਾਂਵਲਾ ਮੰਨਿਆ ਹੈ ਤੇ ਉਹ ਸੋਹਣਾ ਵੀ ਬੜਾ ਸੀ। ਇਸੇ ਲਈ ਬਹੁਤ ਸਾਰੀਆਂ ਗੋਪੀਆਂ ਉਹਦੇ ਉੱਤੇ ਮੋਹਿਤ ਹੋ ਗਈਆਂ ਸਨ। ਦੱਸਦੇ ਨੇ 16,108 ਕ੍ਰਿਸ਼ਨ ਜੀ ਦੀਆਂ ਗੋਪੀਆਂ ਸਨ ਤੇ ਉਹਨੂੰ ਸਭ ਤੋਂ ਸੁੰਦਰ ਮੰਨਿਆ ਗਿਆ ਹੈ, ਸਿਆਮ ਸੁੰਦਰ। ਪਰ ਸਤਿਗੁਰੂ ਮਹਾਰਾਜ ਨੇ ਇੱਥੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਆਮ ਸੁੰਦਰ ਦਾ ਨਾਮ ਦਿੱਤਾ। ਇੱਥੇ ਸਿਆਮ ਸੁੰਦਰ ਦਾ ਅਰਥ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰਨ ਕੀਤਾ ਹੈ ਸਾਡੇ ਲਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਡੇ ਲਈ ਇਹੀ ਸਿਆਮ ਸੁੰਦਰ ਨੇ। ਸਾਡੇ ਲਈ ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸਾਡੇ ਲਈ ਇਹੀ ਸਿਆਮ ਸੁੰਦਰ ਨੇ, ਸਭ ਤੋਂ ਸੋਹਣੇ ਨੇ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਸਤਿਗੁਰੂ ਮਹਾਰਾਜ ਇਸ ਜੀਵ ਨੂੰ ਕਹਿੰਦੇ ਨੇ, ਐ ਜੀਵ ਰੂਪ ਇਸਤਰੀ, ਤੈਨੂੰ ਉਸ ਗੁਰੂ ਪਰਮੇਸ਼ਰ ਜੋ ਸਰਗੁਣ ਸਰੂਪ ਉਸਨੇ ਸਾਡੇ ਜੀਵਾਂ ਲਈ ਧਾਰਨ ਕੀਤਾ ਹੈ, ਉਹ ਸਿਆਮ ਸੁੰਦਰ ਗੁਰੂ ਪਰਮੇਸ਼ਰ ਨੂੰ ਛੱਡ ਕੇ ਤੈਨੂੰ ਨੀਂਦ ਕਿਵੇਂ ਆ ਗਈ ਹੈ। ਭਾਵ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ, ਗੁਰੂ ਦੇ ਦੀਦਾਰ ਤੋਂ ਬਿਨਾਂ, ਗੁਰੂ ਦੀ ਬਾਣੀ ਤੇ ਗੁਰੂ ਦੇ ਪਿਆਰ ਤੋਂ ਬਿਨਾਂ ਤੈਨੂੰ ਇਹ ਨੀਂਦ ਕਿਵੇਂ ਆ ਗਈ। ਭਾਵ ਤੈਨੂੰ ਨੀਂਦ ਆਉਣੀ ਨਹੀਂ ਸੀ ਚਾਹੀਦੀ। ਇਹਦਾ ਕਾਰਨ ਮਹਾਮੋਹਣੀ ਦੂਤਾਂ ਲਾਈ, ਜਿਹੜੀ ਮਹਾਮੋਹਿਤ ਕਰਨ ਵਾਲੀ ਮਾਇਆ ਹੈ, ਇਸਨੇ ਤੈਨੂੰ ਦੂਤਾਂ ਲਾਈ। ਜਿਹੜੇ ਦੂਤ ਨੇ ਕਾਮ ਕ੍ਰੋਧ ਆਦਿਕ ਦੁਸ਼ਟ, ਉਹਨਾਂ ਦੇ ਪਿੱਛੇ ਲਾ ਦਿੱਤਾ। ਇਸ ਮਾਇਆ ਨੇ ਬਈ ਤੈਨੂੰ ਇਹਨਾਂ ਕਾਮ ਆਦਿਕ ਵਿਕਾਰਾਂ ਦੇ ਪਿੱਛੇ ਲਾ ਦਿੱਤਾ। ਇਸੇ ਕਰਕੇ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਗਈ ਹੈ ਤੇ ਤੈਨੂੰ ਮੋਹ ਮਾਇਆ ਦੀ, ਅਗਿਆਨਤਾ ਦੀ ਨੀਂਦ ਆ ਗਈ ਹੈ। ਪ੍ਰੇਮ ਵਿਛੋਹਾ ਕਰਤ ਕਸਾਈ, ਨਿਰਦੈ ਜੰਤ ਤਿਸ ਦਇਆ ਨ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰੇਮ ਵਿਛੋਹਾ, ਜਿਹੜਾ ਵਾਹਿਗੁਰੂ ਦੇ ਪ੍ਰੇਮ ਦਾ ਵਿਛੋੜਾ ਹੈ, ਕਰਤ ਕਸਾਈ, ਇਹ ਸਾਡੇ ਅੰਦਰ ਕਸਾਈ ਦਾ ਅਰਥ ਖਿੱਚ ਪੈਦਾ ਕਰਦਾ ਹੈ। ਜਿਹੜਾ ਪ੍ਰੇਮ ਦਾ ਵਿਛੋੜਾ ਹੈ, ਉਸ ਵਾਹਿਗੁਰੂ ਦੇ ਮਿਲਣ ਦੀ ਇੱਕ ਤਾਂਘ, ਇੱਕ ਤੜਪ ਸਾਡੇ ਅੰਦਰ ਪੈਦਾ ਕਰਦਾ ਹੈ। ਨਿਰਦੈ ਜਨ ਤਿਸ ਦਇਆ ਨਾ ਪਾਈ। ਪਰ ਸਾਡਾ ਜਿਹੜਾ ਜੀਵ ਹੈ ਉਹ ਇੰਨਾ ਨਿਰਦਈ ਹੈ। ਭਾਵ ਸਾਡਾ ਮਨ, ਸਾਡਾ ਦਿਲ ਇੰਨਾ ਨਿਰਦਈ ਹੈ, ਇੰਨਾ ਕਠੋਰ ਹੈ, ਉਹਦੇ ਮਨ ਵਿੱਚ ਹਾਲੇ ਦਇਆ ਪ੍ਰਾਪਤ ਹੀ ਨਹੀਂ ਹੋਈ, ਉਹਦੇ ਵਿੱਚ ਦਇਆ ਆਈ ਹੀ ਨਹੀਂ। ਕਿਉਂਕਿ ਵਾਹਿਗੁਰੂ ਦੇ ਪ੍ਰੇਮ ਦਾ ਵਿਛੋੜਾ ਖਿੱਚ ਤੇ ਪਾ ਰਿਹਾ ਹੈ, ਪਰ ਜੀਵ ਦਾ ਮਨ ਹੀ ਇੰਨਾ ਨਿਰਦਈ ਹੈ, ਉਹਦੇ ਮਨ ਵਿੱਚ ਦਇਆ ਹੀ ਨਹੀਂ ਆਉਂਦੀ, ਉਹਦੇ ਵਿੱਚ ਤਰਸ ਹੀ ਨਹੀਂ ਆਉਂਦਾ। ਦੂਜਾ ਇਹਦਾ ਭਾਵ ਇਉਂ ਵੀ ਕੁਛ ਮਹਾਂਪੁਰਖ ਲਾਉਂਦੇ ਸਨ, ਪ੍ਰੇਮ ਵਿਛੋਹਾ ਕਰਤ ਕਸਾਈ, ਵੀ ਜਿਹੜਾ ਵਿਛੋੜਾ ਹੈ ਵਾਹਿਗੁਰੂ ਦਾ, ਇਹ ਸਾਡੇ ਪ੍ਰੇਮ ਦੇ ਵਿੱਚ ਕਸਾਈ ਪੁਣਾ ਕਰ ਰਿਹਾ। ਜਿਹੜਾ ਵਿਛੋੜਾ ਹੈ ਨਾ, ਇਹ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਕਸਾਈ ਪੁਣਾ ਕਰਦਾ ਹੈ। ਇਹਦਾ ਮਤਲਬ ਉਹ ਸਾਡੇ ਪ੍ਰੇਮ ਦੇ ਵਿੱਚ ਰੋੜਾ ਅਟਕਾਉਂਦਾ ਹੈ। ਨਿਰਦੈ ਜੰਤ, ਜਿਹੜਾ ਵਿਛੋੜਾ ਹੈ, ਬੜਾ ਨਿਰਦਈ ਜੀਵ ਹੈ ਔਰ ਉਹਦੇ ਮਨ ਵਿੱਚ ਭੋਰਾ ਵੀ ਦਇਆ ਨਹੀਂ ਆਉਂਦੀ। ਕਿਉਂਕਿ ਵਿਛੋੜਾ ਇੱਕ ਐਸਾ ਨਿਰਦਈ ਮਨੁੱਖ ਹੈ, ਐਸਾ ਇੱਕ ਨਿਰਦਈ ਕਸਾਈ ਹੈ, ਇੱਕ ਨਿਰਦਈ ਬੁੱਚੜ ਹੈ, ਉਹਦੇ ਮਨ ਵਿੱਚ ਭੋਰਾ ਵੀ ਸਾਡੇ ਤੇ ਤਰਸ ਨਹੀਂ ਆ ਰਿਹਾ। ਅਨਕ ਜਨਮ ਬੀਤੀਆਂ ਨ ਭਰਮਾਈ, ਘਰ ਵਾਸ ਨ ਦੇਵੈ ਦੁੱਤਰ ਮਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਇਹ ਮਾਇਆ ਹੈ ਦੁੱਤਰ, ਇਹ ਨਾ ਤਰੀ ਜਾਣ ਵਾਲੀ ਇੱਕ ਨਦੀ ਹੈ। ਦੁੱਤਰ ਮਾਈ, ਕ੍ਰਿਸ਼ਨ ਜੀ ਨੇ ਗੀਤਾ ਵਿੱਚ ਲਿਖਿਆ ਹੈ, ਮਮੀ ਮਾਇਆ ਦੁਰਤਿਆ, ਮੇਰੀ ਮਾਇਆ ਇੱਕ ਐਸੀ ਨਦੀ ਜਿਸ ਨੂੰ ਤਰਨਾ ਬਹੁਤ ਹੀ ਔਖਾ ਹੈ। ਇਹ ਜਿਹੜੀ ਦੁੱਤਰ ਮਾਈ ਮਾਇਆ ਹੈ ਨਾ, ਅਨਕ ਜਨਮ ਬੀਤੀਆਂ ਪਰਮਾਈ, ਵੇਖ ਲੋ ਅਨੇਕਾਂ ਜਨਮ ਜੂਨਾਂ ਦੇ ਵਿੱਚ ਭਟਕਦਿਆਂ ਭਟਕਦਿਆਂ ਬਤੀਤ ਹੋ ਗਏ ਨੇ,
ਕਰ ਵਾਸ ਨਾ ਦੇਵੈ ਦੁੱਤਰ ਮਾਈ। ਪਰ ਇਹ ਜਿਹੜੀ ਮਾਇਆ ਹੈ, ਜਿਸ ਨੂੰ ਮਾਇਆ ਦੀ ਨਦੀ ਨੂੰ ਤਰਨਾ ਬਹੁਤ ਹੀ ਔਖਾ ਹੈ, ਕਿਉਂਕਿ ਮਾਇਆ ਦੀ ਇੱਛਾ ਨੂੰ ਛੱਡਣਾ ਬਹੁਤ ਹੀ ਔਖਾ ਹੈ। ਕਰ ਵਾਸ ਨਾ ਦੇਵੈ, ਇਹ ਇਸ ਜੀਵ ਨੂੰ ਘਰ ਦੇ ਵਿੱਚ ਵਸਣ ਹੀ ਨਹੀਂ ਦਿੰਦੀ। ਭਾਵ ਜਦੋਂ ਵੀ ਕੋਈ ਮਨੁੱਖ ਕਿਧਰੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੁੰਦਾ ਹੈ, ਅੰਦਰੋਂ ਮਾਇਆ ਦਾ ਫੁਰਨਾ ਜਾਗਦਾ ਹੈ। ਮਾਇਆ ਦੀ ਇੱਛਾ, ਮਾਇਆ ਦੀ ਤ੍ਰਿਸ਼ਨਾ ਅੰਦਰ ਵਹਿ ਤੁਰਦੀ ਹੈ ਤੇ ਉਹ ਜੀਵ ਦੇ ਮਨ ਨੂੰ ਇੱਧਰ ਉੱਧਰ ਭਟਕਾਉਂਦੀ ਹੈ। ਅਨੇਕਾਂ ਜਨਮ ਮਾਇਆ ਦੀ ਭਟਕਣ ਦੇ ਵਿੱਚ ਬੀਤ ਜਾਂਦੇ ਨੇ, ਪਰ ਇਹ ਐਸੀ ਦੁਸ਼ਟਰ ਮਾਇਆ ਹੈ, ਇਹ ਜੀਵ ਨੂੰ ਘਰ ਦੇ ਵਿੱਚ ਵਸਣ ਹੀ ਨਹੀਂ ਦਿੰਦੀ। ਭਾਵੇਂ ਨੂੰ ਅੰਤਰਮੁਖ ਉਸ ਆਤਮਕ ਅਡੋਲ ਅਵਸਥਾ ਵਿੱਚ ਜਾਣ ਹੀ ਨਹੀਂ ਦਿੰਦੀ। ਦਿਨ ਰੈਨ ਆਪਣਾ ਕੀਆ ਪਾਈ, ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਦਿਨ ਰਾਤ ਆਪਣਾ ਕੀਤਾ ਹੋਇਆ ਹੀ ਪਾ ਰਿਹਾ ਹੈ। ਭਾਵ ਇਹ ਜੀਵ ਜੋ ਵੀ ਕੁਝ ਚੰਗਾ ਮਾੜਾ ਕਰਮ ਕਰਦਾ ਹੈ, ਉਹਦਾ ਫਲ ਭੋਗ ਰਿਹਾ ਹੈ। ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ, ਕਿਸੇ ਤੇ ਦੋਸ਼ ਦੇਣਾ ਯੋਗ ਨਹੀਂ। ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਰਤ ਪਵਾਈ, ਜਿਹੜੇ ਜੀਵ ਦੇ ਮੱਥੇ ਤੇ ਕੋਈ ਲਿਖਤ ਪਈ ਹੋਈ ਹੈ ਨਾ, ਕਿਰਤ ਦਾ ਅਰਥ ਹੈ ਜਿਹੜੇ ਜੀਵ ਦੇ ਮੱਥੇ ਤੇ ਕੋਈ ਕੀਤੇ ਕਰਮਾਂ ਦੇ ਲੇਖ ਪਏ ਨੇ, ਉਹੀ ਇਸ ਨੂੰ ਭਰਮਾਉਂਦੇ ਫਿਰਦੇ ਨੇ, ਉਹੀ ਜੂਨਾਂ ਦੇ ਵਿੱਚ ਭਟਕਾਈ ਜਾਂਦੇ ਨੇ। ਇਸ ਲਈ ਦੋਸ਼ ਕਿਸੇ ਦਾ ਵੀ ਨਹੀਂ ਹੈ। ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਣ ਨਾਨਕ ਗਤ ਪਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣ ਸਾਜਨ ਸੰਤ ਜਨ ਭਾਈ, ਵੀ ਐ ਸਾਡੇ ਸੱਜਣੋ, ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਾਨ। ਐ ਲੋਕ ਤੇ ਪ੍ਰਲੋਕ ਦੇ ਸਾਡੇ ਮਿੱਤਰ ਸੰਤ ਜਨੋ, ਸਾਡੇ ਭਰਾਵੋ ਸੁਣੋ। ਚਰਨ ਸ਼ਰਨ ਨਾਨਕ ਗਤ ਪਾਈ, ਵੀ ਅਸਾਂ ਤੇ ਤੁਹਾਡੀ ਚਰਨ ਸ਼ਰਨ ਦੇ ਵਿੱਚ ਹੀ ਆ ਕੇ ਗਤ ਪਾਈ, ਮੁਕਤੀ ਪ੍ਰਾਪਤ ਕੀਤੀ ਹੈ। ਇਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਅਥਵਾ ਸੁਣ ਸਾਜਨ ਸੰਤ ਜਨ ਭਾਈ, ਵੀ ਐ ਸਾਡੇ ਸੱਜਣ ਮਿੱਤਰੋ ਤੇ ਸੰਤ ਜਨੋ, ਸਾਡੇ ਭਰਾਵੋ ਸੁਣੋ। ਚਰਨ ਸ਼ਰਨ ਨਾਨਕ ਗਤ ਪਾਈ, ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਤੇ ਅਸੀਂ ਮੁਕਤੀ ਪ੍ਰਾਪਤ ਕੀਤੀ ਹੈ, ਤੇ ਤੁਸੀਂ ਵੀ ਗੁਰੂ ਦੀ ਸ਼ਰਨ ਵਿੱਚ ਆਓ, ਉੱਥੋਂ ਹੀ ਸਾਰਿਆਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਣ ਨਾਨਕ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।